ਸਾਡਾ ਇਹ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦਾ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਚਾਰੇ ਦੀਆਂ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ। ਇਸ ਸੰਬੰਧੀ ਸਾਡੇ ਨਾਲ ਜਾਣਕਾਰੀ ਦੇਣ ਲਈ ਜੁੜੇ ਨੇ ਡਾਕਟਰ ਹਰਪ੍ਰੀਤ ਕੌਰ ਚੀਮਾ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵਿੱਚ ਬਤੌਰ ਸੀਨੀਅਰ ਐਂਟੋਮੋਲੋਜਿਸਟ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਪੰਜਾਬ ਦੇ ਵਿੱਚ ਚਾਰੇ ਦੀਆਂ ਮੁੱਖ ਫਸਲਾਂ ਕਿਹੜੀਆਂ ਨੇ? ਹਾਂਜੀ ਕਿਸਾਨ ਵੀਰੋ ਜੀ, ਸਤਿ ਸ਼੍ਰੀ ਅਕਾਲ। ਆਪਣੀਆਂ ਚਾਰੇ ਦੀਆਂ ਮੁੱਖ ਫਸਲਾਂ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਆਪਾਂ ਬਿਜਾਈ ਕਰ ਰਹੇ ਹਾਂ, ਹਾੜੀ ਦੀਆਂ ਫਸਲਾਂ ਬਰਸੀਮ ਹੋ ਗਈ, ਜਵੀ ਤੇ ਸੈਂਜੀ, ਸ਼ਫਤਲ, ਤੇ ਇਸ ਤੋਂ ਇਲਾਵਾ ਜਿਹੜੀਆਂ ਸੌਣੀ ਦੀਆਂ ਚਾਰੇ ਦੀਆਂ ਫਸਲਾਂ ਨੇ ਉਹਦੇ ਵਿੱਚ ਮੱਕੀ, ਚਰੀ, ਬਾਜਰਾ ਇਹ ਮੁੱਖ ਫਸਲਾਂ ਨੇ। ਇਸ ਤੋਂ ਇਲਾਵਾ ਗਿਨੀ ਘਾਹ, ਨੇਪੀਅਰ, ਬਾਜਰਾ ਇਹ ਫਸਲਾਂ ਨੇ ਜੀ। ਡਾਕਟਰ ਸਾਹਿਬ, ਇਹ ਫਸਲਾਂ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਦੀ ਸਫਲ ਕਾਸ਼ਤ ਲਈ ਸਾਡੇ ਕਿਸਾਨ ਵੀਰਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ? ਜਦੋਂ ਵੀ ਆਪਾਂ ਬੀਜਣਾ ਹੈ, ਸਭ ਤੋਂ ਪਹਿਲਾਂ ਕਈ ਗੱਲਾਂ ਨੇ। ਇੱਕ ਤਾਂ ਸਭ ਤੋਂ ਪਹਿਲਾਂ ਸਾਨੂੰ ਚੰਗਾ ਬੀ ਲੈਣਾ ਚਾਹੀਦਾ ਹੈ, ਚੰਗੀਆਂ ਕਿਸਮਾਂ ਦਾ ਬੀ ਲੈਣਾ ਚਾਹੀਦਾ। ਉਸ ਤੋਂ ਇਲਾਵਾ ਫਿਰ ਕਾਸ਼ਤਕਾਰੀ ਢੰਗ ਹੋ ਗਏ, ਯਾਨੀ ਕਿ ਕ੍ਰੌਪ ਪ੍ਰੋਡਕਸ਼ਨ, ਜਿਹਦੇ ਵਿੱਚ ਕਾਫੀ ਗੱਲਾਂ ਆ ਜਾਂਦੀਆਂ, ਜਿਵੇਂ ਕਿਹੜਾ ਬੀਜ ਕਿੰਨੀ ਮਾਤਰਾ ਦੇ ਵਿੱਚ ਪਾਉਣਾ ਹੈ, ਕਿਸ ਸਮੇਂ ਢੁਕਵੀਂ ਬਿਜਾਈ ਮਤਲਬ ਸਮਾਂ ਸਹੀ ਕਿਹੜਾ ਹੈ। ਉਸ ਤੋਂ ਇਲਾਵਾ ਫਿਰ ਪਾਣੀ ਕਿੰਨਾ, ਖਾਦ ਕਿੰਨੀ, ਇਹ ਗੱਲਾਂ ਨੇ। ਫਿਰ ਆ ਜਾਂਦਾ ਜੀ ਕ੍ਰੌਪ ਪ੍ਰੋਟੈਕਸ਼ਨ, ਯਾਨੀ ਕਿ ਫਸਲ ਦੇ ਵਿੱਚ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਕਰਨੀ ਹੈ, ਪਰ ਉਹ ਸਾਨੂੰ ਸਰਵਪੱਖੀ ਢੰਗ ਨਾਲ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਜਿਹੜੀ ਤੁਸੀਂ ਸਰਵਪੱਖੀ ਰੋਕਥਾਮ ਕਹਿ ਰਹੇ ਹੋ, ਜਿਸ ਬਾਰੇ ਆਪਾਂ ਅੱਜ ਦਾ ਇਹ ਵਿਸ਼ਾ ਰੱਖਿਆ ਹੈ, ਇਹ ਸਰਵਪੱਖੀ ਰੋਕਥਾਮ ਅਸਲ ਵਿੱਚ ਕੀ ਹੈ? ਸਰਵਪੱਖੀ ਰੋਕਥਾਮ ਤੋਂ ਮੇਰਾ ਭਾਵ ਇਹ ਹੈਗਾ ਜੀ ਕਿ ਜਦੋਂ ਆਪਣੀ ਫਸਲ ਦੇ ਵਿੱਚ ਕੀੜੇ ਜਾਂ ਬਿਮਾਰੀਆਂ ਦੀ ਆਮਦ ਹੁੰਦੀ ਹੈ, ਫਿਰ ਉਦੋਂ ਸਾਨੂੰ ਕਿਸੇ ਨਾ ਕਿਸੇ ਢੰਗ ਦੇ ਵਿੱਚ ਅਸੀਂ ਉਹਨਾਂ ਦੀ ਰੋਕਥਾਮ ਕਰਨਾ ਚਾਹੁੰਦੇ ਹਾਂ। ਪਰ ਆਮ ਕਰਕੇ ਕਿਸਾਨ ਵੀਰਾਂ ਨੂੰ ਹੁੰਦਾ ਹੈ ਵੀ ਚਲੋ ਕੀੜਾ ਦਿਸਿਆ ਤੇ ਚੱਕਿਆ ਪੰਪ ਤੇ ਦਵਾਈ ਛਿੜਕਤੀ, ਯਾਨੀ ਕਿ ਕੈਮੀਕਲ ਕੰਟਰੋਲ ਵੱਲ ਨੂੰ ਆਪਾਂ ਵਧੇਰੇ ਛੇਤੀ ਜਾਣਾ ਚਾਹੁੰਦੇ ਹਾਂ। ਜਦ ਕਿ ਸਾਨੂੰ ਪਹਿਲਾਂ ਹੋਰ ਜਿੰਨੇ ਵੀ ਕੋਈ ਢੰਗ ਹੈਗੇ ਸਾਰੇ ਉਹ ਰਲਾ ਕੇ ਅਪਣਾਉਣੇ ਚਾਹੀਦੇ ਨੇ। ਜਿਵੇਂ ਕਿ ਇੱਕ 5-6 ਕਿਸਮਾਂ ਦੇ ਆਪਣੇ ਕੋਲ ਕੋਈ ਹੈਗੇ ਨੇ ਵਿਉਂਤ ਬਣਾ ਲਈਏ ਤੇ ਉਹਨਾਂ ਨੂੰ ਇੱਕ ਇੰਟੀਗ੍ਰੇਟ ਕਰ ਲਈਏ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਇਕੱਠੇ ਕਰਕੇ ਵੱਧ ਤੋਂ ਵੱਧ ਅਸੀਂ ਆਪਣੀ ਫਸਲ ਨੂੰ ਬਚਾ ਸਕੀਏ ਤੇ ਕੁਆਲਿਟੀ ਵੀ ਆਪਣੀ ਬਣੀ ਰਹੇ ਫਸਲ ਦੀ, ਜਿਵੇਂ ਚਾਰੇ ਦੀ, ਤੇ ਝਾੜ ਵੀ ਪੂਰਾ ਲਈਏ, ਜਿਹਦੇ ਵਿੱਚ ਆਪਣੇ ਕੋਲ ਰੈਜ਼ਿਸਟੈਂਟ ਵੈਰਾਈਟੀਆਂ, ਯਾਨੀ ਕਿ ਵਧੀਆ ਕਿਸਮਾਂ ਜੋ ਕਿ ਬਿਮਾਰੀ ਦਾ ਟਾਕਰਾ ਕਰ ਸਕਣ। ਜਾਂ ਫਿਰ ਆਪਾਂ ਕਦੋਂ ਡੇਟ ਬਿਜਾਈ ਦਾ ਸਮਾਂ ਐਸਾ ਰੱਖੀਏ ਕਿ ਬਿਮਾਰੀ ਤੋਂ ਬਚ ਜਾਈਏ ਜਾਂ ਕੀੜਾ ਘੱਟ ਲੱਗੇ, ਜਾਂ ਸੀਡ ਰੇਟ ਸਹੀ ਪਾਈਏ, ਜਾਂ ਫਿਰ ਕੋਈ ਬਾਇਓ ਕੰਟਰੋਲ ਏਜੰਟ, ਯਾਨੀ ਕਿ ਜਿਹੜੇ ਪਰਜੀਵੀ ਕੀਟਾਣੂ ਜਾਂ ਮਿੱਤਰ ਕੀੜੇ ਨੇ ਉਹਨਾਂ ਦਾ ਜੇ ਆਪਣੇ ਕੋਲ ਕੋਈ ਹੈ ਸੋਲੂਸ਼ਨ ਤਾਂ ਉਹ ਵਰਤੀਏ, ਤੇ ਅਖੀਰ ਦੇ ਵਿੱਚ ਜਾ ਕੇ ਕੈਮੀਕਲ ਕੰਟਰੋਲ ਨੂੰ ਵੀ ਆਪਾਂ ਸ਼ਾਮਲ ਕਰੀਏ, ਤਾਂ ਕਿ ਜਦੋਂ ਇੰਟੀਗ੍ਰੇਟ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਤਾਂ ਸਰਵਪੱਖੀ ਰੋਕਥਾਮ ਫਿਰ ਬਹੁਤ ਜ਼ਿਆਦਾ, ਯਾਨੀ ਕਿ ਇਸ ਪਾਸੇ ਨੂੰ ਜਾਣਾ ਚਾਹੀਦਾ ਹੈ। ਡਾਕਟਰ ਸਾਹਿਬ, ਇਸ ਲਈ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਕੀੜਿਆਂ ਨੂੰ ਸਮਝਣਾ ਕਿ ਕਿਹੜੀ ਫਸਲ ਦੇ ਵਿੱਚ ਕਿਹੜੇ ਕੀੜੇ ਨੇ ਤੇ ਉਹਦੀਆਂ ਕੀ ਬਿਮਾਰੀਆਂ ਨੇ, ਤਾਂ ਕਿ ਉਹਨਾਂ ਦੀ ਰੋਕਥਾਮ ਹੈ ਜਿਹੜੀ ਉਹ ਕਿਸਾਨ ਵੀਰ ਸਹੀ ਸਮਾਂ 'ਤੇ ਕਰ ਸਕਣ। ਤਾਂ ਇੱਕ ਇੱਕ ਕਰਕੇ ਜੇ ਆਪਾਂ ਫਸਲਾਂ ਦੀ ਗੱਲ ਕਰੀਏ ਤਾਂ ਬਰਸੀਮ ਜਿਹੜੀ ਇੱਕ ਬੜੀ ਵੱਡੀ ਇੱਕ ਚਾਰੇ ਵਾਲੀ ਫਸਲ ਹੈ, ਉਸ ਬਾਰੇ, ਉਸ ਦੀਆਂ ਬਿਮਾਰੀਆਂ, ਉਸ ਦੇ ਕੀੜਿਆਂ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਥੋੜ੍ਹੀ ਜਾਣਕਾਰੀ ਦਿਓ। ਹਾਂਜੀ, ਜੋ ਬਰਸੀਮ ਹੈ ਜੀ, ਇਹ ਆਪਣੀ ਹਾੜੀ ਦੇ ਚਾਰਿਆਂ ਦੀ ਸਭ ਤੋਂ ਮੇਨ ਫਸਲ ਹੈ, ਬਹੁਤ ਇੰਪੋਰਟੈਂਟ ਹੈਗੀ ਹੈ। ਤੇ ਅੱਜ ਕੱਲ੍ਹ ਹੁਣ ਆਪਣੇ ਅਕਤੂਬਰ ਦੇ ਮਹੀਨੇ ਦੇ ਵਿੱਚ ਤਕਰੀਬਨ ਸਾਰੇ ਕਿਸਾਨ ਵੀਰ ਇਹਦੀ ਬਿਜਾਈ ਪੂਰੀ ਕਰ ਚੁੱਕੇ ਹੋਣਗੇ। ਬਰਸੀਮ ਹੀ ਨਹੀਂ, ਇਸ ਤੋਂ ਇਲਾਵਾ ਜਿਹੜੀ ਹੁਣ ਆਪਣੇ ਕੋਲ ਲੂਸਣ ਹੈ ਜਾਂ ਜਵੀ ਹੈ, ਇਹਦੀ ਬਿਜਾਈ ਵੀ ਤਕਰੀਬਨ ਪੂਰੀਆਂ ਹੋ ਗਈਆਂ ਨੇ, ਸਮਾਂ ਹੋ ਗਿਆ ਆ। ਤੇ ਬਰਸੀਮ ਦੀ ਜਦੋਂ ਗੱਲ ਕਰਦੇ ਹਾਂ ਤਾਂ ਇਹਦੇ 'ਚ ਆਪਣੇ ਕੋਲ ਮੁੱਖ ਤੌਰ 'ਤੇ 2-3 ਕੀੜੇ ਨੇ ਤੇ ਇੱਕ ਬਿਮਾਰੀ ਹੈ ਜਿਹਦਾ ਜ਼ਿਕਰ ਕਰਨਾ ਜ਼ਰੂਰੀ ਹੈ। ਤੇ ਕੀੜਿਆਂ ਦੇ ਵਿੱਚ ਇੱਕ ਤਾਂ ਕੀੜੇ ਜਿਹੜੇ ਆਮ ਕੀੜੇ ਕਾਢੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਜਦੋਂ ਬਿਜਾਈ ਦੇ ਸਮੇਂ ਉਹ ਆਪਣਾ ਬੀ ਸਾਰਾ ਚੁੱਕ ਕੇ ਲੈ ਜਾਂਦੇ ਨੇ। ਸੋ ਇਸ ਕਰਕੇ ਸਾਨੂੰ ਲੋੜ ਇਹ ਹੈ ਵੀ ਜਦੋਂ ਬਿਜਾਈ ਕਰਨੀ ਆ, ਜਿਹੜੇ ਖੇਤ 'ਚ ਹੈਗਾ ਤੇ ਉੱਥੇ ਭੌਣ ਦੇਖ ਕੇ ਆਪਾਂ ਨੂੰ ਨਸ਼ਟ ਕਰ ਦੇਣੇ ਚਾਹੀਦੇ ਆ। ਇਸ ਤੋਂ ਇਲਾਵਾ ਹੁਣ ਜਿਹੜਾ ਦੂਜਾ ਕੀੜਾ ਕੋਈ, ਜਿੱਦਾਂ ਹੁਣ ਅਕਤੂਬਰ ਨਵੰਬਰ ਦਾ ਸਮਾਂ ਜਿਹੜਾ ਹੁਣੇ ਨਿਕਲ ਕੇ ਗਿਆ, ਇਹਦੇ ਵਿੱਚ ਕਦੇ ਕਦਾਈ ਦੇਖਦੇ ਹਾਂ ਵੀ ਭੱਬੂ ਕੁੱਤਾ ਆ ਜਾਂਦਾ, ਜਿਹੜਾ ਹੋਰ ਫਸਲਾਂ ਦੇ ਵਿੱਚੋਂ ਸ਼ਿਫਟ ਹੋ ਕੇ ਆ ਜਾਂਦਾ। ਤੇ ਜਿਵੇਂ ਕੋਈ ਆਪਣੀ ਘਾਓ ਪੀ ਰੌਂਗੀ ਲੱਗੀ ਹੋਵੇ, ਉਹਦੇ ਵਿੱਚੋਂ ਸ਼ਿਫਟ ਹੋ ਕੇ ਆ ਜਾਂਦਾ। ਤੇ ਉਹਦੇ ਵਾਸਤੇ ਆਪਾਂ ਨੂੰ ਕੰਟਰੋਲ ਇਹ ਕਰਨਾ ਵੀ ਜਿਹੜੇ ਵੀ ਨਦੀਨ ਨੇ, ਜਿੱਦਾਂ ਗੁੱਤ ਪੁੱਟਣਾ ਹੋ ਗਿਆ, ਜੰਗਲੀ ਪਾਲਕ ਹੋ ਗਈ, ਇਹਨਾਂ ਨੂੰ ਆਪਾਂ ਪੱਟ ਦਈਏ ਤਾਂ ਕਿ ਫਿਰ ਉਹ ਜ਼ਿਆਦਾ ਮਤਲਬ ਕਿ ਫੈਲਣ ਨਾ। ਤੇ ਇਸ ਤੋਂ ਬਾਅਦ ਵਿੱਚ ਫਿਰ ਹੁਣ ਜਦੋਂ ਫਸਲ ਵੱਡੀ ਹੋਣੀ ਆ, ਜਦੋਂ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਾ ਕੇ ਫਿਰ ਇੱਕ ਦੋ ਸੁੰਡੀਆਂ ਆਉਂਦੀਆਂ ਨੇ। ਇੱਕ ਤਾਂ ਆਉਂਦੀ ਹੈ ਜੀ ਕੁੰਡਮਾਰ ਸੁੰਡੀ। ਕੁੰਡਮਾਰ ਸੁੰਡੀ ਇਕੱਠੀ ਹੋ ਕੇ ਤੁਰਦੀ ਹੈ, ਹਰੇ ਰੰਗ ਦੀ ਸੁੰਡੀ ਹੈ, ਪੱਤੇ ਖਾਂਦੀ ਹੈ ਜ਼ਿਆਦਾ।
ਤੇ ਇਹਦੀ ਰੋਕਥਾਮ ਇਹ ਹੈ ਕਿ ਜਦੋਂ ਆਪਾਂ ਬਰਸੀਮ ਆ ਹੁਣ ਜਿੱਦਾਂ ਉਹਦੀ ਕਟਾਈ ਆਪਾਂ ਪਹਿਲੀ ਕਟਾਈ 50 ਦਿਨ ਤੇ ਕਰ ਲੈਣੀ, ਮੁੜ ਕੇ 30 ਦਿਨ ਤੇ ਆਪਾਂ ਨੂੰ ਕਟਾਈ ਕਰਦੇ ਰਹਿਣਾ ਚਾਹੀਦਾ ਤਾਂ ਕਿ ਫਸਲ ਵਧੇ ਨਾ। ਤੇ ਜਦੋਂ ਵਾਧਾ ਹੁੰਦਾ ਤਾਂ ਕੀੜੇ ਦੇ ਬਿਮਾਰੀਆਂ ਜ਼ਿਆਦਾ ਆਉਂਦੀਆਂ ਨੇ। ਸੋ ਇੱਕ ਤਾਂ ਨੁਕਤਾ ਇਹ ਹੈਗਾ, ਸਰਵਪੱਖੀ ਰੋਕਥਾਮ ਦਾ ਵੀ ਹਿੱਸਾ ਹੈ ਵੀ ਆਪਾਂ ਫਸਲ ਦੀ ਸਮੇਂ ਸਿਰ ਕਟਾਈ ਕਰਦੇ ਰਹਿਣਾ। ਉਸ ਦੇ ਨਾਲ ਫਿਰ ਜਦੋਂ ਜੋ ਸੁੰਡੀ ਆ ਕਟਾਈ ਕੀਤੀ, ਇੱਕ ਤਾਂ ਸੁੰਡੀ ਵੈਸੇ ਹਟ ਗਈ ਉੱਥੋਂ ਖੇਤ ਤੋਂ, ਉੱਤੋਂ ਜੋ ਉੱਥੇ ਡਿੱਗੀਆਂ ਉਹ ਪੰਛੀ ਬੜੇ ਆ ਕੇ ਚੁਗਦੇ ਨੇ। ਤੇ ਇਸ ਤੋਂ ਇਲਾਵਾ ਫਿਰ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਸ ਦੀ ਰੋਕਥਾਮ ਕਰ ਸਕਦੇ ਹਾਂ। ਤੀਸਰਾ ਕੀੜਾ ਜਿਹੜਾ ਜਾ ਕੇ ਅਪ੍ਰੈਲ ਮਈ ਦੇ ਵਿੱਚ ਆਉਂਦਾ, ਖਾਸ ਕਰ ਜਿਹੜੀ ਦਾਣੇ ਵਾਲੀ ਆਪਣੀ ਬਰਸੀਮ ਹੈ ਜਿਨ੍ਹਾਂ ਨੇ ਆਪਾਂ ਬੀ ਬਣਾਉਣਾ, ਯਾਨੀ ਕਿ ਤਾਂ ਬੀਜ ਵਾਲੀ ਬਰਸੀਮ ਦੇ ਵਿੱਚ ਆਪਣੇ ਕੋਲ ਅਮਰੀਕਨ ਸੁੰਡੀ ਜਿਹੜੀ ਹੈ ਜਾਂ ਟਮਾਟਰਾਂ ਤੇ ਜਿਹੜੀ ਆਉਂਦੀ ਹੈ ਤੇ ਜਿਹੜੀ ਆਪਣੀ ਛੋਲਿਆਂ ਤੇ ਆਉਂਦੀ ਹੈ, ਸਾਰੀ ਇੱਕੋ ਹੀ ਸੁੰਡੀ ਹੈ, ਅਮਰੀਕਨ ਸੁੰਡੀ ਹੈਲੀਕੋਵਰਪਾ। ਸੋ ਇਹ ਸੁੰਡੀ ਜਾ ਕੇ ਇਹ ਦਾਣੇ ਜਿਹੜੇ ਹੈ ਨਾ ਬਣਦੇ ਨਹੀਂ, ਝਾੜ ਘਟਦਾ। ਸੋ ਇਸ ਦੀ ਰੋਕਥਾਮ ਵਾਸਤੇ ਜਿਹੜੀਆਂ ਵੀ ਆਹ ਫਸਲਾਂ ਦੇ ਮੈਂ ਤੁਹਾਨੂੰ ਨਾਂ ਲੈ ਰਹੀ ਸੀ, ਸੱਠੀ ਮੂੰਗੀ ਹੋ ਗਈ ਤੇ ਲੇਟ ਬੀਜੀ ਹੋਈ ਪਛੇਤੀ ਕਣਕ ਜਿਹੜੀ ਹੈ, ਤੇ ਇਹਨਾਂ ਦੇ ਉੱਤੇ ਇਹ ਹੈਲੀਕੋਵਰਪਾ ਜਿਹੜਾ ਨੁਕਸਾਨ ਕਰਦਾ। ਤੇ ਸਾਨੂੰ ਚਾਹੀਦਾ ਇਹ ਹੈ ਕਿ ਬਰਸੀਮ ਦੇ ਵਿੱਚ ਹੁਣ ਚਾਰੇ ਵਾਲੀ ਫਸਲ ਹੈ, ਜ਼ਿਆਦਾ ਜ਼ਹਿਰਾਂ ਦੀ ਆਪਾਂ ਪ੍ਰਯੋਗ ਕਰ ਨਹੀਂ ਸਕਦੇ। ਇਹ ਜਿਹੜੀਆਂ ਇਹਨਾਂ ਫਸਲਾਂ ਦੇ ਉੱਤੇ ਜ਼ਹਿਰਾਂ ਨੇ, ਜਾਂ ਤਾਂ ਇਹ ਫਸਲਾਂ ਕੋਲ ਲਾਓ ਨਾ, ਜੇ ਇਹ ਹੈਗੀਆਂ ਨੇ ਤੇ ਕੀੜਾ ਉੱਥੋਂ ਸ਼ਿਫਟ ਹੋ ਕੇ ਆਪਣੇ ਬਰਸੀਮ ਦੇ ਉੱਤੇ ਆਉਂਦਾ ਆ, ਫਿਰ ਸਾਨੂੰ ਉਸ ਫਸਲ ਦੇ ਉੱਤੇ ਇਹਦੇ ਇੱਧਰ ਬਰਸੀਮ ਤੇ ਆਉਣ ਤੋਂ ਪਹਿਲਾਂ ਹੀ ਸਪਰੇਅ ਕਰ ਦੇਣੀ ਚਾਹੀਦੀ ਹੈ। ਕਿਉਂਕਿ ਹੋਰ ਫਸਲਾਂ ਦੇ ਵਿੱਚ ਹੁਣ ਵੀ ਆਪਣੇ ਕੋਲ ਕੁਝ ਦਵਾਈਆਂ ਇਹੋ ਜਿਹੀਆਂ ਹੈਗੀਆਂ ਸਿਫਾਰਿਸ਼ ਕੀਤੀਆਂ ਹੋਈਆਂ ਜਿਹੜੀਆਂ ਅਸਰਦਾਰ ਨੇ, ਜਿਹੜੀਆਂ ਮਨਜ਼ੂਰਸ਼ੁਦਾ ਨੇ। ਕਿਉਂਕਿ ਜਿਹੜਾ ਭਾਰਤ ਦਾ ਸੈਂਟਰਲ ਇਨਸੈਕਟੀਸਾਈਡ ਬੋਰਡ ਹੈ, ਕੇਂਦਰੀ ਇਨਸੈਕਟੀਸਾਈਡ ਬੋਰਡ ਜਿਹੜਾ ਹੈ, ਉਹ ਸਾਨੂੰ ਦੱਸਦਾ ਹੈ ਕਿ ਕਿਹੜੀ ਫਸਲ ਦੇ ਉੱਤੇ ਕਿਸ ਕੀੜੇ ਲਈ ਕਿਹੜੀ ਦਵਾਈ ਅਸੀਂ ਮਤਲਬ ਮਨਜ਼ੂਰੀ ਮਿਲੀ ਹੋਈ ਹੈ ਕਿ ਅਸੀਂ ਉਹਦਾ ਪ੍ਰਯੋਗ ਕਰ ਸਕਦੇ ਹਾਂ। ਤੇ ਚਾਰੇ ਵਾਲੀਆਂ ਫਸਲਾਂ ਦੇ ਵਿੱਚ ਆਪਣੇ ਨੂੰ ਇਸ ਤਰ੍ਹਾਂ ਦੇ ਕੇਸ ਬਹੁਤ ਘੱਟ ਮਿਲਦੇ ਆ, ਸੋ ਅਸੀਂ ਨਹੀਂ ਪ੍ਰਯੋਗ ਕਰ ਸਕਦੇ। ਸੋ ਇਸੇ ਤਰ੍ਹਾਂ ਤੁਸੀਂ ਪੁੱਛ ਰਹੇ ਸੀਗੇ ਬਿਮਾਰੀਆਂ ਬਾਰੇ, ਤੇ ਬਰਸੀਮ ਦੇ ਵਿੱਚ ਇੱਕ ਬਿਮਾਰੀ ਹੈ ਜੀ ਤਣੇ ਦਾ ਗਲਣਾ, ਯਾਨੀ ਕਿ ਸਟੈਮ ਰੋਟ। ਇਹ ਜ਼ਮੀਨ ਤੋਂ ਫਿਰ ਤਣੇ ਦੇ ਉੱਪਰ ਨੂੰ ਫੈਲਦੀ ਹੈ। ਸੋ ਇਹਦੀ ਦਾ ਇਹੀ ਇਲਾਜ ਹੈ ਵੀ ਆਪਾਂ ਕਟਾਈ ਜ਼ਰੂਰ ਕਰੀਏ, ਹਵਾ ਲਵਾਈਏ, ਧੁੱਪ ਲਵਾਈਏ। ਤੇ ਇਸ ਤੋਂ ਇਲਾਵਾ ਜੇ ਕਿਸੇ ਖੇਤ ਦੇ ਵਿੱਚ ਉਹ ਜ਼ਿਆਦਾ ਪ੍ਰੋਬਲਮ ਹੈ ਤਾਂ ਇੱਕ ਤਾਂ ਉਹ ਕੱਟ ਕੇ ਹਟਾ ਦੇਣਾ ਚਾਹੀਦਾ ਮਟੀਰੀਅਲ ਜਿਹੜਾ ਜਿਹਨੂੰ ਡਿਜ਼ੀਜ਼ ਲੱਗਿਆ। ਇੱਕ ਫਿਰ ਉਸ ਖੇਤ ਦੇ ਵਿੱਚ ਅਗਲੇ ਸਾਲ ਉੱਥੇ ਬਰਸੀਮ ਨਾ ਬੀਜੋ। ਤੇ ਇੱਕ ਹੋਰ ਜਿਹੜੀ ਗੱਲ ਹੈ ਵੀ ਆਪਾਂ, ਮੈਂ ਗੱਲ ਜਿਵੇਂ ਦੱਸ ਰਹੀ ਸੀ ਵੀ ਰੈਜ਼ਿਸਟੈਂਟ ਵੈਰਾਈਟੀ ਜਾਂ ਕੋਈ ਐਸੀ ਕਿਸਮ ਜਿਹੜੀ ਕੁਝ ਹੱਦ ਤੱਕ ਹੀ ਸਹੀ ਚਾਹੇ ਟਾਕਰਾ ਕਰਨ ਦੀ ਸਮਰੱਥਾ ਜੇ ਰੱਖਦੀ ਹੈ, ਤਾਂ ਸਾਨੂੰ ਉਸ ਵੈਰਾਈਟੀ ਨੂੰ, ਉਸ ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜਿਵੇਂ BL 44 ਨਵੀਂ ਕਿਸਮ ਹੈ ਆਪਣੀ ਬਰਸੀਮ ਦੀ, ਉਹਦਾ ਆਪਾਂ ਜੇ ਇਸਤੇਮਾਲ ਕਰੀਏ ਤਾਂ ਉਹ ਵਧੀਆ ਰਹੇਗੀ। ਡਾਕਟਰ ਸਾਹਿਬ, ਇਹਦੇ ਨਾਲ ਹੀ ਹਾੜੀ ਦੀਆਂ ਜਿਹੜੀਆਂ ਹੋਰ ਫਸਲਾਂ ਨੇ ਉਹਨਾਂ ਦੀਆਂ ਬਿਮਾਰੀਆਂ ਤੇ ਉਹਨਾਂ ਦੇ ਕੀੜਿਆਂ ਬਾਰੇ ਵੀ ਆਪਾਂ ਥੋੜੀ ਗੱਲ ਕਰੀਏ। ਇਸ ਤੋਂ ਇਲਾਵਾ ਆਪਣੇ ਕੋਲ ਲੂਸਣ ਆ, ਜਿਵੇਂ ਜੇ ਕੋਈ ਕਿਸਾਨ ਵੀਰ ਲਾਉਂਦੇ ਆ ਤਾਂ ਲੂਸਣ ਦੇ ਵਿੱਚ ਇੱਕ ਭੁੰਡੀ ਆਉਂਦੀ ਹੈ, ਲੂਸਣ ਵੀਵਲ ਕਹਿੰਦੇ ਆ ਉਸਨੂੰ। ਤੇ ਉਹਦੀ ਰੋਕਥਾਮ ਦਾ ਬਹੁਤ ਆਸਾਨ ਹੈ ਵੀ ਜਦੋਂ ਉਹਨੂੰ ਆਪਾਂ ਕਟਾਈ ਕਰਨੀ ਆ ਲੂਸਣ ਦੀ, ਤੇ ਬਿਨਾਂ ਉਹਦੇ ਵਿੱਚ ਬੈਠੀਆਂ ਹੁੰਦੀਆਂ ਨੇ ਉਹ ਬੀਟਲਸ ਜਾਂ ਵੀਵਲ ਆਪਾਂ ਕਹਿੰਦੇ ਆ, ਤੇ ਬਿਨਾਂ ਹਿਲਾਏ ਜੇ ਵੱਢੀਏ ਤੇ ਉਹ ਪੱਲੀਆਂ ਦੇ ਵਿੱਚ ਇਕੱਠਾ ਕਰਕੇ ਉਹਨੂੰ ਬੜੀ ਆਸਾਨੀ ਨਾਲ ਆਪਾਂ ਕੱਢ ਸਕਦੇ ਹਾਂ। ਤੇ ਜਦੋਂ ਇੱਥੇ ਜਿਹੜੀ ਗੱਲ ਹੈਗੀ ਆ ਜਵੀ ਦੀ, ਉਹਦੇ ਵਿੱਚ ਆਪਣੇ ਕੋਲ ਜਿਹੜਾ ਤੇਲਾ ਆ ਉਹ ਜ਼ਿਆਦਾ ਆਉਂਦਾ ਆ। ਤੇਲਾ ਜਾ ਕੇ ਆਉਂਦਾ ਜੀ ਫਰਵਰੀ ਮਾਰਚ ਦੇ ਮਹੀਨੇ, ਤੇ ਉਦੋਂ ਕੋਈ ਨਾ ਕੋਈ ਬਰਸਾਤ ਇਸ ਤਰ੍ਹਾਂ ਹੁੰਦੀ ਹੈ ਜੀ ਉਹ ਵਾਸ਼ ਆਊਟ ਹੋ ਜਾਂਦੇ ਨੇ। ਸੋ ਆਪਾਂ ਨੂੰ ਕੋਈ ਮਤਲਬ ਇਨਸੈਕਟੀਸਾਈਡ ਜਾਂ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ। ਬਾਕੀ ਨੈਚੁਰਲ ਐਨੀਮੀ ਜਿਹੜੇ ਨੇ, ਜਿਹੜੇ ਮਿੱਤਰ ਕੀੜੇ ਨੇ ਸਾਡੇ, ਜਿੱਦਾਂ ਲੇਡੀ ਬਰਡ ਬੀਟਲ ਜਿਹੜੀ ਲਾਲ ਭੁੰਡੀ ਵੀਰ ਵੋਟੀ ਆਪਾਂ ਜਾਣਦੇ ਹਾਂ, ਜਾਂ ਸਿਰਫਿਡ ਫਲਾਈ, ਕੁਛ ਇਸ ਤਰ੍ਹਾਂ ਦੇ 2-3 ਹੈਗੇ ਨੇ ਜਿਹੜੇ ਉਹਨੂੰ ਕੰਟਰੋਲ ਕਰ ਲੈਂਦੇ ਨੇ। ਸੋ ਹਾੜੀ ਦੇ ਵਿੱਚ ਕੋਈ ਬਹੁਤੀ ਵੱਡੀ ਸਮੱਸਿਆ ਇੰਨੀ ਕੀੜੇ ਮਕੌੜਿਆਂ ਦੀ ਨਹੀਂ ਹੈ, ਸਾਰੇ ਆਸਾਨੀ ਨਾਲ ਆਪਾਂ ਮੈਨੇਜ ਕਰ ਸਕਦੇ ਹਾਂ। ਡਾਕਟਰ ਸਾਹਿਬ, ਅੱਗੇ ਵਧਦੇ ਹੋਏ ਆਪਾਂ ਸਾਉਣੀ ਦੀਆਂ ਫਸਲਾਂ ਦੀ ਗੱਲ ਕਰੀਏ। ਸਾਉਣੀ ਦੇ ਵਿੱਚ ਲੱਗਣ ਵਾਲੀਆਂ ਸਭ ਤੋਂ ਜਿਹੜੀ ਆਪਾਂ ਸੁਣਦੇ ਹਾਂ ਕਿ ਮੱਕੀ ਇੱਕ ਸਭ ਤੋਂ ਵੱਡੀ ਫਸਲ ਹੈ ਸਾਉਣੀ ਦੇ ਵਿੱਚ ਲੱਗਣ ਵਾਲੀ, ਉਸ ਤੋਂ ਇਲਾਵਾ ਵੀ ਕਿਹੜੀਆਂ ਫਸਲਾਂ ਨੇ ਚਾਰੇ ਵਾਲੀਆਂ ਜਿਹੜੀਆਂ ਕਿਸਾਨ ਵੀਰ ਲਗਾ ਸਕਦੇ ਨੇ? ਉਹਨਾਂ ਦੇ ਬੀਜਣ ਲਈ ਕੀ ਉਪਰਾਲੇ ਨੇ? ਕੋਈ ਇੱਕ ਜਿਹੜੀ ਗੱਲ ਹੋਵੇ ਕਿਸਾਨ ਵੀਰਾਂ ਨੂੰ ਦੱਸਣ ਵਾਲੀ। ਹਾਂਜੀ, ਦੇਖੋ ਸਾਉਣੀ ਦੇ ਵਿੱਚ ਮੱਕੀ, ਚਰੀ, ਬਾਜਰਾ, ਇਹ 3 ਮੁੱਖ ਫਸਲਾਂ ਨੇ। ਮੱਕੀ ਦੇ ਵਿੱਚ ਆਪਣੀ ਇਸ ਵੇਲੇ ਪਿੱਛੇ ਆਪਾਂ ਦੇਖ ਸਕਦੇ ਹਾਂ ਲੱਗੀ ਵੀ ਹੋਈ ਹੈ। ਮੱਕੀ ਦੇ ਵਿੱਚ ਸਭ ਤੋਂ ਮੇਨ ਇਸ ਵੇਲੇ ਸਮੱਸਿਆ ਚੱਲ ਰਹੀ ਹੈ ਜੀ ਇੱਕ ਕੀੜਾ, ਫਾਲ ਆਰਮੀ ਵਰਮ ਹੈ ਜੀ ਉਹ ਕੀੜੇ ਦਾ ਨਾਂ। ਤੇ ਇਹ ਆਪਣਾ ਪਹਿਲਾਂ ਤਾਂ ਅਮਰੀਕਾ ਉਧਰ ਸੀਗਾ, ਫਿਰ ਅਫਰੀਕਾ 'ਚ 2016 ਦੇ ਵਿੱਚ ਇਹ ਆਇਆ। ਉਸ ਤੋਂ ਬਾਅਦ ਭਾਰਤ ਦੇ ਵਿੱਚ 2018 ਦੇ ਵਿੱਚ ਇਹ ਇੱਧਰ ਆ ਗਿਆ, ਸਾਊਥ ਇੰਡੀਆ ਦੇ ਵਿੱਚ ਕਰਨਾਟਕਾ ਦੇ ਇੱਕ ਜ਼ਿਲ੍ਹੇ ਦੇ ਵਿੱਚ, ਸ਼ਿਮੋਗਾ। ਉੱਥੋਂ ਫਿਰ ਇਹ ਫੈਲਦਾ 2019 'ਚ ਪੰਜਾਬ ਦੇ ਵਿੱਚ ਅਗਸਤ ਦੇ ਅਖੀਰ ਦੇ ਵਿੱਚ ਚਾਰੇ ਦੇ ਉੱਤੇ ਅਸੀਂ ਦੇਖਿਆ ਆ। ਉਹ ਫਸਲ ਤਾਂ ਤਕਰੀਬਨ ਆਪਣੀ ਬਚ ਕੇ ਨਿਕਲ ਗਈ। ਫਿਰ 2020, 2021 2 ਸਾਲ ਦੇਖਿਆ ਵੀ ਕਾਫੀ ਨੁਕਸਾਨ ਕਰਦਾ ਹੈ। ਤੇ ਇਸ ਕੀੜੇ ਦਾ ਫਿਰ ਹੁਣ ਅੱਗਿਓਂ ਜੋ ਹੈ ਮਤਲਬ ਇੱਕ ਤਾਂ ਕਿਸਾਨ ਵੀਰਾਂ ਨੂੰ, ਕਿਉਂਕਿ ਨਵਾਂ ਕੀੜਾ ਵੀ ਪਛਾਣ ਬਹੁਤ ਜ਼ਰੂਰੀ ਹੈ ਵੀ ਸਹੀ ਹੋਵੇ।
ਸੋ ਇਸ ਦੀ ਜਿਹੜੀ ਸੁੰਡੀ ਆ ਇਹਦੇ ਜਿਹੜੇ ਸਿਰ ਵਾਲੇ ਪਾਸੇ ਜੇ ਆਪਾਂ ਦੇਖੀਏ ਤਾਂ ਚਿੱਟੇ ਰੰਗ ਦੇ ਵਿੱਚ ਕੈਪੀਟਲ ਜਿਹੜਾ ਵਾਈ ਅੰਗਰੇਜ਼ੀ ਦਾ ਅੱਖਰ ਹੈ ਇਸ ਤਰ੍ਹਾਂ ਦੇ ਨਿਸ਼ਾਨ ਹੈ ਵੀ ਚਿੱਟਾ ਨਿਸ਼ਾਨ ਹੈ। ਤੇ ਇਹਦੇ ਪਿਛਲੇ ਸਿਰੇ ਵਾਲੇ ਪਾਸੇ ਆਪਾਂ ਦੇਖਦੇ ਹਾਂ ਵੀ 4 ਬਿੰਦੂ ਬਣੇ ਹੋਏ ਨੇ ਜਿਹੜੇ ਐਂ ਲੱਗਦਾ ਵੀ ਇੱਕ ਚੌਰਸ ਬਣਾਉਂਦੇ ਆ ਤੇ ਬਹੁਤ ਪੱਤੇ ਖਾਦੇ ਹੋਏ ਹੁੰਦੇ ਨੇ, ਮੋਰੀਆਂ ਹੋਈਆਂ ਹੁੰਦੀਆਂ। ਜਦੋਂ ਸੁੰਡੀ ਵੱਡੀ ਹੋ ਜਾਂਦੀ ਹੈ ਤਾਂ ਵੱਡੀਆਂ ਵੱਡੀਆਂ ਮਤਲਬ ਪੱਤਿਆਂ ਦੇ ਵਿੱਚ ਮੋਰੀਆਂ ਨੇ, ਅੰਡਾਕਾਰ ਤੇ ਜਾਂ ਬੇਤਰਤੀਬੇ ਮੋਰੀਆਂ ਹੋ ਜਾਂਦੀਆਂ ਨੇ ਔਰ ਬਹੁਤ ਭਾਰੀ ਮਾਤਰਾ ਵਿੱਚ ਬਿੱਠਾਂ ਨਜ਼ਰ ਆਉਂਦੀਆਂ ਨੇ। ਜਦ ਕਿ ਪਰ ਮੈਡਮ ਗੱਲ ਧਿਆਨ ਦੇਣ ਦੀ ਇਹ ਹੈ ਵੀ ਜਦੋਂ ਜ਼ਿਆਦਾ ਨੁਕਸਾਨ ਹੋ ਗਿਆ, ਜਦੋਂ ਫਾਰਮਰ ਨੂੰ ਆਮ ਕਰਕੇ ਕਿਸਾਨ ਵੀਰਾਂ ਨੂੰ ਦਿਸਣਾ ਆ, ਉਸ ਤੋਂ ਪਹਿਲਾਂ ਆਪਾਂ ਉਹਦੀ ਰੋਕਥਾਮ ਕਰਨੀ ਆ। ਹੁਣ ਅਗਲੀ ਗੱਲ ਹੈ ਵੀ ਉਹਦੀ ਕਿਹੜੀ ਸਟੇਜ ਹੈ ਜਿਹੜੀ ਨੁਕਸਾਨ ਕਰਦੀ ਹੈ। ਸੁੰਡੀ ਹੈ ਤਾਂ ਸੁੰਡੀ ਨੇ ਨੁਕਸਾਨ ਕਰਨਾ ਤੇ ਉਹਦੇ ਪਰ ਜਿਹੜੇ ਆਂਡੇ ਜਿਹੜਾ ਇਹਦਾ ਮਾਦਾ ਪਤੰਗਾ ਹੈ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਂਡੇ ਦਿੰਦਾ ਹੈ, ਜਦ ਕਿ ਅਮਰੀਕਨ ਸੁੰਡੀ ਜਾਂ ਹੋਰ ਕੋਈ ਕੀੜੇ ਨੇ ਤਾਂ ਕੱਲੇ ਕੱਲੇ ਆਂਡੇ ਦਿੰਦੇ ਨੇ। ਸੋ ਇਸ ਕਰਕੇ ਇਹ ਕੀੜਾ ਜ਼ਿਆਦਾ ਨੁਕਸਾਨ ਤਾਂ ਕਰ ਰਿਹਾ ਕਿਉਂਕਿ ਸੈਂਕੜਿਆਂ ਦੀ ਗਿਣਤੀ ਵਿੱਚ ਆਂਡਾ ਦੇ ਰਿਹਾ ਪੱਤਿਆਂ ਦੇ ਉੱਤੇ। ਉੱਥੋਂ ਫਿਰ ਉਹ ਨਿੱਕੀਆਂ ਸੁੰਡੀਆਂ ਪੱਤੇ ਖੁਰਚਦੀਆਂ ਨੇ ਤੇ ਫਿਰ ਉਹ ਫੈਲ ਜਾਂਦੀਆਂ ਨੇ ਤਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਧਿਆਨ ਦੇਣ ਦੀ ਗੱਲ ਇਹ ਹੈ ਵੀ ਇਹ ਕੀੜਾ ਜਦੋਂ ਫਸਲ ਛੋਟੀ ਹੋਈ ਆ 10 ਦਿਨ ਦੀ ਫਸਲ ਤੋਂ ਲੈ ਕੇ 40-50 ਦਿਨ ਦੀ ਫਸਲ ਤੱਕ ਕਾਫੀ ਨੁਕਸਾਨ ਕਰਦਾ ਤੇ ਆਪਾਂ ਨੂੰ ਜਿਹੜੀ ਜੋ ਰੋਕਥਾਮ ਦੀ ਸ਼ੁਰੂਆਤ ਹੈ ਉਹ ਸ਼ੁਰੂ ਤੋਂ ਹੀ ਕਰਨੀ ਆ। ਇੱਕ ਤਾਂ 10 ਦਿਨ ਤੇ ਹਮਲਾ ਹੋਇਆ ਉਦੋਂ ਤੋਂ ਕਰਨੀ ਆ ਤੇ ਉਸ ਤੋਂ ਪਹਿਲਾਂ ਕੁਝ ਅਸੀਂ ਸਰਵਪੱਖੀ ਰੋਕਥਾਮ ਦੇ ਵਿੱਚ ਕਈ ਚੀਜ਼ਾਂ ਕਰ ਸਕਦੇ ਹਾਂ। ਕਾਸ਼ਤਕਾਰੀ ਢੰਗ, ਉਹਦੇ ਵਿੱਚ ਫਿਰ ਇੱਕ ਹੋਰ ਬਾਇਓ ਕੰਟਰੋਲ ਕੀ ਆਪਣੇ ਕੋਲ ਆਪਸ਼ਨ ਕੀ ਹੈ, ਜਾਂ ਫਿਰ ਆਪਾਂ ਕਿਸ ਤਰ੍ਹਾਂ ਕੈਮੀਕਲ ਤਾਂ ਆਪਾਂ ਨੂੰ ਅਖੀਰ 'ਚ ਜਾਣਾ ਪੈਣਾ। ਪਰ ਇਸ ਕੀੜੇ ਲਈ ਮੈਂ ਕਹਿ ਸਕਦੀ ਹਾਂ ਵੀ ਕੈਮੀਕਲ ਕੰਟਰੋਲ ਦੇ ਬਿਨਾਂ ਸਿਰਫ ਕਾਸ਼ਤਕਾਰੀ ਢੰਗਾਂ ਨਾਲ ਇਸ ਕੀੜੇ ਦੀ ਰੋਕਥਾਮ ਨਹੀਂ ਹੋ ਸਕਣੀ, ਜੋ ਕਿ ਹੋਰ ਚਾਰੇ ਦੇ ਵਿੱਚ ਸੰਭਵ ਸੀਗੀ। ਸੋ ਇਹਦੇ 'ਚ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਜਿੱਦਾਂ ਮਾਰਚ ਤੋਂ ਲੈ ਕੇ ਸਤੰਬਰ ਤੱਕ ਆਪਾਂ ਮੱਕੀ ਬੀਜਦੇ ਰਹਿੰਦੇ ਹਾਂ ਜਾਂ ਲੇਟ ਮੱਕੀ ਲਾਉਂਦੇ ਹਾਂ, ਜਿਹੜੀ ਹੁਣ ਅਕਤੂਬਰ ਦੇ ਵਿੱਚ ਕੋਈ ਮੱਕੀ ਅਸੀਂ ਨਹੀਂ ਸਿਫਾਰਿਸ਼ ਕਰਦੇ ਲਾਓ, ਕਿਉਂਕਿ ਜਿਹੜਾ ਕੀੜਾ ਹੈਗਾ ਉਸ ਨੂੰ ਲਗਾਤਾਰ ਮੱਕੀ ਮੁਹੱਈਆ ਹੋ ਰਹੀ ਹੈ ਤੇ ਉਹ ਅਗਲੇ ਸੀਜ਼ਨ ਦੇ ਵਿੱਚ ਆਉਣ ਲਈ ਉਹਨੂੰ ਇੱਕ ਮਤਲਬ ਕਿ ਮਿਲ ਰਹੀ ਹੈ ਫਸਲ ਕੈਰੀ ਓਵਰ, ਉਹ ਯਾਨੀ ਕਿ ਉਹਦੇ ਫੈਲਾਅ ਤੇ ਵਾਧੇ ਵਾਸਤੇ ਅਸੀਂ ਸਮਾਨ ਤਿਆਰ ਕਰ ਰਹੇ ਹਾਂ। ਇਸ ਕਰਕੇ ਲੇਟ ਮੱਕੀ ਪਿਛੇਤੀ ਮੱਕੀ ਬਹੁਤੀ ਨਹੀਂ ਲਾਉਣੀ ਚਾਹੀਦੀ। ਫਿਰ ਜਿਹੜੀ ਬੀਜ ਦੀ ਮਾਤਰਾ ਹੈ 30 ਕਿਲੋ ਪ੍ਰਤੀ ਬੀਜ ਆਪਣੇ ਚਾਰੇ ਵਾਸਤੇ ਉਨਾ ਹੀ ਬੀਜ ਵਰਤੀਏ, ਸਿਆਲਾਂ ਵਿੱਚ ਬੀਜੀਏ, ਬਹੁਤੀ ਨਾ ਕਰੀਏ ਜਾਂ ਮਿਕਸ ਕਰਕੇ ਬੀਜੀਏ। ਜੇ ਆਪਾਂ ਮੈਂ ਦੇਖਿਆ ਜੇ ਹੁਣ ਚਰੀ ਹੈ ਜਾਂ ਬਾਜਰਾ ਜੋ ਹੈ ਉਹ ਬਿਲਕੁਲ ਇਸ ਕੀੜੇ ਨੂੰ ਪਸੰਦ ਨਹੀਂ। ਸੋ ਜੇ ਅਸੀਂ ਮਿਕਸ ਕਰ ਲਈਏ, ਬਾਜਰਾ ਦੇ ਵਿੱਚ ਰਲਾ ਕੇ ਬੀਜ ਲਈਏ ਜਾਂ ਬਾਜਰੇ ਦੀਆਂ ਬਾਰਡਰ ਲਾਈਨਾਂ ਬੀਜ ਲਈਏ ਤਾਂ ਵੀ ਇਹਦਾ ਰੋਕਥਾਮ ਹੋ ਸਕਦੀ ਹੈ। ਹੁਣ ਕਿਉਂਕਿ ਜੇ ਕੀੜਾ ਨਵਾਂ ਆਇਆ ਤੇ ਜਦੋਂ ਕੋਈ ਨਵਾਂ ਕੀੜਾ ਆਉਂਦਾ ਤਾਂ ਉਹ ਹਲੇ ਸੈੱਟ ਹੋ ਰਿਹਾ ਹੁੰਦਾ ਤੇ ਜਿਹੜੇ ਉਹਦੇ ਮਿੱਤਰ, ਜਿਹੜੇ ਸਾਡੇ ਮਿੱਤਰ ਕੀੜੇ ਨੇ ਜੋ ਕਿ ਉਹਦੇ ਦੁਸ਼ਮਣ ਨੇ ਜਿਹੜੇ ਉਸ 'ਤੇ ਅਟੈਕ ਕਰਨਗੇ, ਉਹ ਹਲੇ ਉਸ ਕੀੜੇ ਨੂੰ ਪਹਿਚਾਣ ਰਹੇ। 1-2 ਸਾਲ ਲੱਗਦੇ ਨੇ। ਹੁਣ ਅਸੀਂ ਦੇਖਿਆ ਕਿ ਜਿਹੜਾ ਬਾਇਓ ਕੰਟਰੋਲ ਏਜੰਟ ਨੇ ਕੁਛ ਨਾ ਕੁਛ ਨੈਚੁਰਲ ਉਹਦੇ ਜਿਹੜੇ ਪ੍ਰੀਡੇਟਰ ਨੇ ਜਾਂ ਜੋ ਉਹਦਾ ਨੁਕਸਾਨ ਪਹੁੰਚਾਉਣ ਖਾਣ ਵਾਲੇ ਕੀੜੇ ਨੇ ਉਹ ਵੀ ਅੱਗੇ ਸਟੈਬਲਿਸ਼ ਹੋ ਰਹੇ। 1-2 ਸਾਲਾਂ ਦੇ ਵਿੱਚ ਸਾਡੇ ਕੋਲ ਪੂਰੀ ਟੈਕਨੋਲੋਜੀ ਬਿਲਕੁਲ ਸਾਰੇ ਫਾਰਮਰਸ ਤੱਕ ਯਾਨੀ ਆਪਣੇ ਕਿਸਾਨ ਵੀਰ ਪੂਰੇ ਅਵੇਅਰ ਹੋ ਜਾਣਗੇ। ਸਾਰੇ ਸੁਚਾਰੂ ਢੰਗ ਨਾਲ ਅਸੀਂ ਆਪਣੀ ਨੀਤੀ ਬਣਾਈ ਹੋਵੇਗੀ ਕਿ ਮੈਨੂੰ ਆਸ ਹੈ ਵੀ ਇਹ ਕੀੜਾ ਆਪਾਂ ਅਗਲੇ ਸਾਲ ਚੰਗੀ ਤਰ੍ਹਾਂ ਰੋਕਥਾਮ ਇਹਦੀ ਕਰ ਸਕਾਂਗੇ। ਪਰ ਇਹਦੇ ਵਿੱਚ ਹੁਣ ਕੈਮੀਕਲ ਕੰਟਰੋਲ ਜਿਹੜਾ ਇੱਕ ਹੈਗਾ ਜੀ, ਉਹਦੇ ਵਿੱਚ ਹੁਣ ਇਹ ਹੈ ਕਿ ਅਸੀਂ 3 ਦਵਾਈਆਂ ਟੈਸਟ ਕੀਤੀਆਂ ਸੀਗੀਆਂ ਜਿਹੜੀਆਂ ਮਨਜ਼ੂਰਸ਼ੁਦਾ ਹੈਗੀਆਂ ਨੇ, ਮੱਕੀ ਚਾਹੇ ਦਾਣੇ ਵਾਲੀ ਹੋਵੇ ਚਾਹੇ ਚਾਰੇ ਵਾਲੀ, ਤੇ 3 ਦਵਾਈਆਂ ਟੈਸਟ ਕੀਤੀਆਂ ਸੀਗੀਆਂ। ਤਿੰਨਾਂ ਦੇ ਵਿੱਚੋਂ ਸਾਡੇ ਕੋਲ ਇੱਕ ਦਵਾਈ ਦਾ ਜਿਹੜਾ ਹੈਗਾ ਜੋ ਇੱਕ ਵੇਟਿੰਗ ਪੀਰੀਅਡ ਜਾਂ ਰੈਜ਼ੀਡਿਊ ਕਹਿੰਦੇ ਆ, ਜੋ ਕਿ ਕੀ ਹੁੰਦਾ ਜ਼ਹਿਰ ਦਾ ਰਹਿੰਦ ਖੂੰਦ ਆਪਣੀ ਕਿੰਨਾ ਕੁ ਚਿਰ ਵੀ ਛਿੜਕਾਅ ਕਰਨ ਤੋਂ ਬਾਅਦ ਕਿੰਨਾ ਚਿਰ ਫਸਲ ਤੇ ਅਸਰ ਰਹਿੰਦਾ ਉਸ ਦਵਾਈ ਦਾ, ਉਹ ਸਾਡੇ ਕੋਲ ਇੱਕ ਦਵਾਈ ਦਾ ਹੈ ਜੋ ਕਿ 21 ਦਿਨ ਹੈ। ਤੋ ਇਸ ਕਰਕੇ ਅਸੀਂ ਚਾਰੇ ਵਾਲੀ ਫਸਲ ਦੇ ਵਿੱਚ ਫਿਲਹਾਲ ਸਿਰਫ ਇੱਕ ਦਵਾਈ ਦੀ ਸਿਫਾਰਿਸ਼ ਕਰਦੇ ਹਾਂ ਜੋ ਕਿ ਹੈ ਜੀ ਕਲੋਰੈਂਟਰਾ ਨੀਲੀਪਰੋਲ ਯਾਨੀ ਕਿ ਕੋਰਾਜਨ 18.5 SC। ਇਹਦੀ ਜੋ ਮਾਤਰਾ ਹੈ ਸਿਫਾਰਿਸ਼ ਕਰਦੇ ਅਸੀਂ 0.4 ml ਪ੍ਰਤੀ ਲੀਟਰ ਜਾਂ ਕਹੀਏ ਕਿ 4 ml 10 ਲੀਟਰ ਦੇ ਵਿੱਚ। ਤੇ ਇਹ ਫਸਲ ਜਦੋਂ 20 ਦਿਨਾਂ ਤੱਕ ਦੀ ਹੈਗੀ ਹੈ, ਜੇ ਉਸ ਛੋਟੀ ਫਸਲ ਤੇ ਜਦੋਂ ਕੀੜਾ ਆ ਗਿਆ ਔਰ ਜਿੰਨੀਆਂ ਛੋਟੀਆਂ ਸੁੰਡੀਆਂ ਤੇ ਅਸੀਂ ਰੋਕਥਾਮ ਕਰ ਸਕੀਏ ਉਹ ਵਧੀਆ ਹੋਏਗਾ, ਕੰਟਰੋਲ ਹੋਏਗਾ ਤੇ ਉਦੋਂ ਸਾਨੂੰ 120 ਲੀਟਰ ਪਾਣੀ ਲੱਗੇਗਾ। ਯਾਨੀ ਕਿ ਕੀ ਬਣੇਗੀ ਇਹ ਡੋਜ਼ 48 ਗ੍ਰਾਮ ਜਾਂ 48 ml ਕੋਰਾਜਨ 120 ਲੀਟਰ ਪਾਣੀ ਦੇ ਵਿੱਚ 120 ਦਿਨਾਂ ਦੀ ਫਸਲ ਦੇ ਉੱਤੇ ਛਿੜਕਾਅ ਕਰਨਾ ਹੈ। ਜੇ ਫਸਲ ਵੱਡੀ ਹੋ ਗਈ ਹੈ ਯਾਨੀ 40 ਦਿਨ ਤੱਕ ਦੀ ਫਸਲ ਹੈ ਫਿਰ 200 ਲੀਟਰ ਪਾਣੀ ਵੀ ਲੱਗ ਸਕਦਾ ਹੈ, ਉੱਥੇ 80 ml ਦਵਾਈ ਲੱਗੇਗੀ। ਔਰ ਇਹਦੇ ਵਿੱਚ ਇੱਕ ਮੁੱਖ ਜਿਹੜਾ ਨੁਕਤਾ ਹੈ ਕਿ ਇਹਨੂੰ ਕੰਟਰੋਲ ਛਿੜਕਾਅ ਕਰਨ ਨਾਲ ਨਹੀਂ ਹੋਣਾ, ਛਿੜਕਾਅ ਕਿਸ ਤਰ੍ਹਾਂ ਕਰਨਾ ਹੈ ਇਹ ਧਿਆਨ ਦੇਣ ਵਾਲੀ ਗੱਲ ਹੈ। ਕਿਉਂਕਿ ਜਿਹੜਾ ਛਿੜਕਾਅ ਕਰਨਾ ਹੈ ਆਪਾਂ ਨੇ ਉਹ ਗੋਭ ਦੇ ਵੱਲ ਨੂੰ ਰੱਖ ਕੇ ਕਰਨਾ ਹੈ, ਕਿਉਂਕਿ ਦਵਾਈ ਕੀੜੇ ਤੱਕ ਪਹੁੰਚਣੀ ਚਾਹੀਦੀ ਹੈ, ਨਹੀਂ ਤਾਂ ਫਿਰ ਉਹ ਰੋਕਥਾਮ ਉਨੀ ਅਸਰਦਾਰ, ਇਹ ਦਵਾਈ ਵੀ ਉਨਾ ਅਸਰ ਨਹੀਂ ਕਰਦੀ।
ਜੇ ਆਪਾਂ ਫਾਲ ਆਰਮੀ ਵਾਰਮ ਤੋਂ ਇਲਾਵਾ ਵੀ ਗੱਲ ਕਰੀਏ ਤਾਂ ਮੱਕੀ ਦੇ ਵਿੱਚ ਹੋਰ ਕਿਹੜੇ ਕੀੜੇ ਨੇ, ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੀ ਰੋਕਥਾਮ ਜਿਹੜੀ ਆ ਜ਼ਰੂਰੀ ਹੈ? ਮੱਕੀ ਦੇ ਵਿੱਚ ਇੱਕ ਕੀੜਾ, ਇੱਕ ਬਿਮਾਰੀ ਦਾ ਹੋਰ ਖਿਆਲ ਰੱਖਣ ਦੀ ਲੋੜ ਹੈ ਜੀ। ਜਿਹੜਾ ਪੁਰਾਣਾ ਪਹਿਲਾਂ ਹੀ ਕੀੜਾ ਸਾਰੇ ਆਪਾਂ ਕਿਸਾਨ ਵੀਰ ਜਾਣਦੇ ਆ, ਤਣੇ ਦਾ ਗੜੂਆ ਯਾਨੀ ਕਿ ਸਟੈਮ ਬੋਰਰ, ਤਣੇ ਦੇ ਵਿੱਚ ਜਿਹੜਾ ਮੋਰੀਆਂ ਕਰਕੇ ਉਹਦੇ ਵਿੱਚ ਗੋਭ 'ਚ ਜੋ ਜਾਂਦਾ ਸੀਗਾ ਉਹ ਹੈਗਾ ਜੀ ਸਟੈਮ ਬੋਰਰ। ਸੋ ਇਹ ਇੱਕ ਆਸਾਨੀ ਨਾਲ ਕੰਟਰੋਲ ਹੋ ਸਕਦਾ, ਕੋਈ ਚਿੰਤਾ ਵਾਲੀ ਗੱਲ ਨਹੀਂ। ਇਹ ਜੇ 7 ਦਿਨਾਂ ਦੀ ਫਸਲ ਦੇ ਉੱਤੇ ਜਦੋਂ ਹਮਲਾ ਜੇ ਹੋਵੇ ਛੋਟੀ ਫਸਲ ਤੇ ਕਰਦਾ, ਤੇ ਇਹਦੇ ਕੋਲ ਆਪਣੇ ਕੋਲ ਬਾਇਓਲੋਜੀਕਲ ਕੰਟਰੋਲ ਯਾਨੀ ਕਿ ਮਿੱਤਰ ਕੀੜੇ ਪਰਜੀਵੀ ਕਿਰਿਆ ਨਾਲ ਤਿਆਰ ਕੀਤੇ ਹੋਏ ਜਿਹੜੇ ਟ੍ਰਾਈਕੋਗ੍ਰਾਮਾ ਇੱਕ ਕੀੜਾ ਹੈ, ਉਹ ਜਿਹੜੇ ਰਾਈਸ ਮੌਥ ਹੁੰਦਾ ਇੱਕ, ਉਹਦੇ ਆਂਡਿਆਂ ਦੇ ਉੱਤੇ ਇਸ ਟ੍ਰਾਈਕੋਗ੍ਰਾਮਾ ਦੇ ਪਰਜੀਵੀ ਉੱਥੇ ਰੱਖੇ ਦਿੱਤੇ ਹੁੰਦੇ ਨੇ। ਉਹ ਕਾਰਡਸ ਮਿਲਦੇ ਨੇ ਜੀ, ਚਾਹੇ ਉਹ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਇਓ ਕੰਟਰੋਲ ਲੈਬ ਤੋਂ ਲੈ ਸਕਦੇ ਆ, ਜਾਂ ਜਿਹੜੇ ਖੇਤਰੀ ਖੋਜ ਕੇਂਦਰ ਨੇ ਉਹਨਾਂ ਤੋਂ ਵੀ ਮਿਲਦੇ ਨੇ। ਤੇ ਉਹ ਕਾਰਡਸ ਮਿਲਦੇ ਨੇ, ਕਾਰਡਸ ਇੱਕ ਵੱਡੀ ਸ਼ੀਟ ਹੁੰਦੀ ਹੈ, ਉਹਨੂੰ 50 ਹਿੱਸੇ ਕਰੋ, 1000 ਆਂਡੇ ਇੱਕ 50 ਦੀ ਸ਼ੀਟ ਦੇ ਉੱਤੇ ਖੇਤ ਦੇ ਵਿੱਚ ਯਾਨੀ ਕਿ 50 ਥਾਈਂ 1 ਏਕੜ ਦੇ ਵਿੱਚ ਉਹ ਲਾ ਦੇਣੇ ਨੇ, ਹਫ਼ਤੇ ਮਗਰੋਂ ਫੇਰ ਲਾਉਣੇ ਨੇ, ਤੇ ਉਹਦੇ ਨਾਲ ਬੜਾ ਵਧੀਆ ਕੰਟਰੋਲ ਹੋ ਸਕਦਾ ਹੈ। ਜੇ ਕਿਸਾਨ ਵੀਰ ਇਸ ਉਪਰਾਲੇ ਤੋਂ ਖੁੰਝ ਜਾਣ, ਫਿਰ ਆਪਣੇ ਕੋਲ ਉਹੀ ਦਵਾਈ ਕੋਰਾਜਨ ਫਿਰ ਇਸਤੇਮਾਲ ਕਰ ਸਕਦੇ ਹਾਂ, ਤੇ ਉਹ ਬਹੁਤ ਅੱਛੀ ਤਰੀਕੇ ਨਾਲ ਇਹਦਾ ਰੋਕਥਾਮ ਕਰਦੀ ਹੈ। ਤੇ ਬਿਮਾਰੀ ਬਾਰੇ ਵੀ ਤੁਸੀਂ ਪੁੱਛ ਰਹੇ ਸੀਗੇ, ਤੇ ਮੱਕੀ ਦੇ ਵਿੱਚ ਬਿਮਾਰੀ ਇੱਕ ਝੁਲਸ, ਪੱਤਿਆਂ ਦਾ ਝੁਲਸ ਰੋਗ ਆਉਂਦੀ ਹੈ, ਤੇ ਜਿੱਦਾਂ ਤਕਲਿਆਂ ਦੇ ਆਕਾਰ ਦੇ ਵਿੱਚ ਧੱਬੇ ਪੈ ਜਾਂਦੇ ਨੇ, ਫਿਰ ਉਹ ਜੁੜ ਜਾਂਦੇ ਨੇ। ਸੋ ਇਹਦੇ ਵਾਸਤੇ ਇੱਕ ਤਾਂ ਬੀ ਆਪਣਾ ਰੋਗ ਰਹਿਤ ਹੋਵੇ, ਤੇ ਜਿਹੜੀ ਨਵੀਂ ਕਿਸਮ ਹੈ J1007 ਉਹਦੇ ਵਿੱਚ ਕੁਛ ਹੱਦ ਤੱਕ ਟਾਕਰਾ ਕਰਨ ਦੀ ਸਮਰੱਥਾ ਹੈ। ਬਾਕੀ ਇਹ ਕਿ ਪਾਣੀ ਨਾ ਖੜੇ, ਜਾਂ ਫਿਰ ਉਸ ਖੇਤ ਦੇ ਵਿੱਚ ਉਸ ਅਗਲੇ ਸਾਲ ਮੱਕੀ ਨਾ ਲਈ ਜਾਵੇ। ਡਾਕਟਰ ਸਾਹਿਬ, ਮੱਕੀ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਾਉਣੀ ਦੀਆਂ ਹੋਰ ਚਾਰੇ ਵਾਲੀਆਂ ਫਸਲਾਂ ਜਿਹੜੀਆਂ ਬਾਕੀ ਨੇ, ਉਹਨਾਂ ਦੀਆਂ ਕਿਹੜੇ ਕੀੜੇ ਨੇ, ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੀ ਰੋਕਥਾਮ ਹੈ ਜਿਹੜੀ ਉਹ ਜ਼ਰੂਰੀ ਹੈ? ਹੁਣ ਆ ਗਈ ਗੱਲ ਜੀ, ਮੱਕੀ ਤੋਂ ਮਗਰੋਂ ਚਰੀ ਦਾ ਖਿਆਲ ਆਉਂਦਾ, ਤੇ ਚਰੀ ਦੇ ਵਿੱਚ ਇੱਕ ਤਾਂ ਤਣੇ ਦੀ ਮੱਖੀ ਹੈ, ਸ਼ੂਟ ਫਲਾਈ। ਇਹ ਜਿਹੜੀ ਹੈਗੀ ਆ, ਇਹ ਗੋਭ ਸੁੱਕ ਜਾਂਦੀ ਹੈ, ਇਹ ਮੱਖੀ ਹੈ, ਮੱਖੀ ਤਾਂ ਆਂਡੇ ਦਿੰਦੀ ਹੈ ਪੱਤੇ ਦੇ ਉੱਤੇ, ਬਰੀਕ ਜਿਹੇ ਆਂਡੇ ਹੁੰਦੇ ਨੇ, ਤੇ ਤਣੇ ਦੇ ਵਿੱਚ ਚਲੀ ਜਾਂਦੀ ਹੈ, ਗੋਭ ਸੁੱਕ ਜਾਂਦੀ ਹੈ। ਸੋ ਇਹਦੇ ਵਾਸਤੇ ਆਪਣੇ ਕੋਲ ਆਸਾਨ ਢੰਗ ਹੈਗਾ, ਆਪਣੇ ਕੋਲ ਦਵਾਈ ਹੈਗੀ ਆ ਥਾਇਆਮਿਥੋਕਸਮ 30 FS 10 ਮਿਲੀਲੀਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀ ਨੂੰ ਸੋਧ ਕੇ ਬੀਜ ਸਕਦੇ ਹਾਂ, ਤੇ ਉਹਦੇ ਨਾਲ ਇਹ ਰੋਕਥਾਮ ਹੋ ਜਾਂਦੀ। ਬਿਮਾਰੀਆਂ ਵਾਸਤੇ ਬੀ ਮਤਲਬ ਕਿ ਰੋਗ ਰਹਿਤ ਬੀ ਲਈਏ ਤਾਂ ਉਹਦੇ ਨਾਲ ਠੀਕ ਰਹਿੰਦਾ ਹੈ ਜੀ ਕੰਮ। ਤੇ ਤੀਸਰੀ ਫਸਲ ਆਪਣੇ ਕੋਲ ਜਿਹੜੀ ਅਖੀਰਲੀ ਗੱਲ ਆਪਾਂ ਜ਼ਰੂਰ ਕਰਨੀ ਹੈ, ਤੇ ਉਹ ਹੈਗੀ ਬਾਜਰਾ। ਬਾਜਰੇ ਦੇ ਵਿੱਚ ਕੋਈ ਕੀੜੇ ਜ਼ਿਆਦਾ ਨਹੀਂ ਦੇਖਣ ਨੂੰ ਆਉਂਦੇ, ਖਾਸ ਕਰ ਜਿਹੜੀ ਗੱਲ ਆਪਾਂ ਕਰ ਰਹੇ ਸੀ ਫਾਲ ਆਰਮੀ ਵਰਮ ਹੈਗਾ, ਇਹ ਚਰੀ ਜੋ ਹੈ ਸਾਊਥ ਇੰਡੀਆ ਦੇ ਵਿੱਚ, ਉਹਦੇ ਤੇ ਤਾਂ ਫਿਰ ਵੀ ਹਲੇ ਥੋੜਾ ਜਿਹਾ ਵਾਧਾ ਦੇਖਣ ਚ ਆਇਆ, ਵੀ ਜ਼ਿਆਦਾ ਨੁਕਸਾਨ ਕਰਨਾ ਸ਼ੁਰੂ ਕਰਤਾ। ਮੱਕੀ ਬੈਸਟ ਹੈ, ਉਹਨੂੰ ਪ੍ਰੈਫਰਡ ਹੈ, ਪਸੰਦ ਹੈ, ਉਸ ਤੋਂ ਬਾਅਦ ਚਰੀ ਤੇ ਥੋੜਾ ਜਿਹਾ ਨੁਕਸਾਨ ਹੋ ਰਿਹਾ, ਪਰ ਬਾਜਰੇ ਦੇ ਉੱਤੇ ਬਿਲਕੁਲ ਫਾਲ ਆਰਮੀ ਵਰਮ ਨਹੀਂ ਆਉਂਦਾ। ਸੋ ਕੀੜਿਆਂ ਪੱਖੋਂ ਤਾਂ ਕੋਈ ਜ਼ਿਆਦਾ ਫਿਕਰ ਦੀ ਲੋੜ ਨਹੀਂ, ਪਰ ਬਿਮਾਰੀਆਂ ਇੱਕ ਤੋਂ ਹੈਗੀਆਂ ਨੇ। ਇੱਕ ਤਾਂ ਜਿਵੇਂ ਅਰਗਟ ਹੈ, ਅਰਗਟ ਬਿਮਾਰੀ ਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੇ ਸਿੱਟੇ ਨੇ, ਸਿੱਟਿਆਂ ਦੇ ਉੱਪਰ ਥੋੜਾ ਜਿਹਾ ਗੂੰਦ ਵਰਗਾ ਪਦਾਰਥ ਜਿਹਾ ਆ ਜਾਂਦਾ ਆ, ਤੇ ਦਾਣੇ ਨਹੀਂ ਬਣਦੇ, ਝਾੜ ਘਟਦਾ ਆ। ਤੇ ਇਸ ਤੋਂ ਜ਼ਿਆਦਾ ਗੱਲ ਜਿਹੜੀ ਧਿਆਨ ਵਾਲੀ ਆ, ਵੀ ਐਫਲਾਟੌਕਸਿਨ ਜਾਂ ਮਤਲਬ ਟੌਕਸਿਨ ਬਣਦੇ ਆ, ਜਿਹੜੇ ਨਾ ਤਾਂ ਪਸ਼ੂਆਂ ਦੇ ਨੂੰ ਚਾਰਨ ਵਾਸਤੇ ਠੀਕ ਹੈ ਉਹ ਸਿੱਟੇ, ਨਾ ਆਪਾਂ ਇਨਸਾਨ ਫਿਰ ਵੀ ਬਾਜਰਾ ਸੀਡ ਗ੍ਰੇਨ ਆਪਾਂ ਨਹੀਂ ਖਾ ਸਕਦੇ। ਸੋ ਉਹ ਚੀਜ਼ ਨਹੀਂ ਖਾਣੀ ਚਾਹੀਦੀ, ਤੇ ਫਿਰ ਉੱਥੇ ਖੇਤ ਤੇ ਉਹਦੇ ਵਿੱਚ ਨਾ ਬੀਜੋ, ਅਗਲੇ ਸਾਲ ਹੋਰ ਰੋਟੇਸ਼ਨ ਕਰਨੀ ਪੈਂਦੀ ਹੈ, ਜਾਂ ਫਿਰ ਆਪਣੇ ਕੋਲ ਡਿਜ਼ੀਜ਼ ਦਾ ਹੀ ਆ ਵੀ ਬਿਮਾਰੀ ਹੈ ਤਾਂ ਰੋਗ ਰਹਿਤ ਬੀ ਲਾਓ। ਤੇ ਇੱਕ ਲਾਸਟ ਇੱਕ ਹੋਰ ਇੱਕ ਬਿਮਾਰੀ ਸੀਗੀ, ਜਿਹੜੀ ਸਿੱਟੇ ਹਰੇ ਹੋ ਜਾਂਦੇ ਨੇ, ਦਾਣੇ ਜਿਹੜੇ ਨੇ ਉਹ ਬਣਦੇ ਨਹੀਂ, ਉਹਨਾਂ ਦੇ ਵਿੱਚ ਪੱਤੀਆਂ ਜੀਆਂ ਹਰੀਆਂ ਹਰੀਆਂ ਹੋ ਜਾਂਦੀਆਂ ਨੇ, ਤੇ ਉਹਦੇ ਵਿੱਚ ਵੀ ਇਹੀ ਆ ਵੀ 4-5 ਸਾਲ ਸਾਨੂੰ ਉੱਥੇ ਨਹੀਂ ਲਾਉਣਾ ਚਾਹੀਦਾ ਬਾਜਰਾ। ਤੇ ਵੈਰਾਈਟੀਆਂ ਜਿਹੜੀਆਂ ਜਿਵੇਂ PCB 165 164 ਉਹ ਹੈਗੀਆਂ ਨੇ, ਟਾਕਰਾ ਰੱਖਦੀਆਂ ਨੇ ਥੋੜਾ ਜਿਹਾ। ਸੋ ਇਸ ਤਰ੍ਹਾਂ ਆਪਾਂ ਨੂੰ ਬਿਮਾਰੀਆਂ ਤੋਂ ਰੋਗ ਰਹਿਤ ਵੀ ਵਰਤਣਾ ਚਾਹੀਦਾ। ਡਾਕਟਰ ਸਾਹਿਬ, ਜੇ ਆਪਾਂ ਇੱਕ ਚਾਰੇ ਵਾਲੀਆਂ ਫਸਲਾਂ ਦੇ ਕੀੜਿਆਂ ਦੀ ਰੋਕਥਾਮ ਦੀ ਗੱਲ ਕਰ ਰਹੇ ਹਾਂ, ਤਾਂ ਕਿਹੜੇ ਤਕਨੀਕੀ ਨੁਕਤੇ ਨੇ ਜਿਹੜੇ ਅਪਣਾਏ ਜਾ ਸਕਦੇ ਨੇ ਇਹਨਾਂ ਕੀੜਿਆਂ ਦੀ ਰੋਕਥਾਮ ਲਈ? ਹੁਣ ਜਿੱਥੇ ਤੱਕ ਤਾਂ ਹੋ ਸਕੇ ਵੀ ਆਪਾਂ ਬਿਨਾਂ ਛਿੜਕਾਅ ਕੀਤੇ ਜੇ ਸਾਰ ਸਕਦੇ ਹਾਂ, ਹੋਰ ਕਾਸ਼ਤਕਾਰੀ ਢੰਗ ਜਾਂ ਸਮਾਂ ਦੇਖ ਲਈਏ, ਜਿੱਦਾਂ ਜਿਹੜੀ ਹੈਗੀ ਆਪਣੀ ਚਾਰੇ ਵਾਲੀ ਚਾਰੇ ਦੇ ਵਿੱਚ ਜਿਹੜੀ ਆਪਣੀ ਚਰੀ ਹੈ, ਚਰੀ ਦੇ ਵਿੱਚ ਜਿਹੜੀ ਸ਼ਾਖ ਦੀ ਮੱਖੀ ਹੈ, ਜੇ ਆਪਾਂ ਉਹਨੂੰ ਜੁਲਾਈ ਦੇ ਮਹੀਨੇ ਬੀਜਦੇ ਹਾਂ, ਫਿਰ ਉਹਦੇ ਵਿੱਚ ਜਦੋਂ ਨਮੀ ਦਾ ਮੌਸਮ ਬਣ ਜਾਂਦਾ ਤਾਂ ਉਹ ਵਧੇਰੇ ਹਮਲਾ ਹੁੰਦਾ ਹੈ। ਜੇ ਉਹੀ ਮਈ ਜੂਨ ਦੇ ਵਿੱਚ ਬੀਜੀ ਹੋਈ ਹੈ ਖੁਸ਼ਕ ਮੌਸਮ ਦੇ ਵਿੱਚ, ਉਦੋਂ ਹਮਲਾ ਘੱਟ ਹੁੰਦਾ ਹੈ। ਇਸੇ ਤਰ੍ਹਾਂ ਜੇ ਪਿਛੇਤੀ ਬੀਜੀ ਹੋਈ ਬਰਸੀਮ ਹੈ
ਤਾਂ ਉਹਦੇ ਤੇ ਬਿਮਾਰੀ ਜ਼ਿਆਦਾ ਆਉਂਦੀ ਹੈ। ਸੋ ਇਸ ਤਰ੍ਹਾਂ ਥੋੜ੍ਹੇ ਕਾਸ਼ਤਕਾਰੀ ਢੰਗ ਆਪਾਂ ਅੱਗੇ ਪਿੱਛੇ ਕਰਕੇ ਦੇਖ ਲਈਏ ਕਿ ਕਦੋਂ ਆਪਣੀ ਫਸਲ ਦੇ ਉੱਤੇ ਕੀੜੇ ਘੱਟ ਆਉਣ। ਤੇ ਦੂਸਰੀ ਗੱਲ ਇਹ ਹੈ ਵੀ ਜੇ ਛਿੜਕਾਅ ਕਰਨਾ ਹੀ ਪਵੇ ਫਿਰ ਜਿਹੜੇ ਤਕਨੀਕੀ ਨੁਕਤੇ ਉਹ ਇਹ ਨੇ ਜੀ, ਇੱਕ ਤਾਂ ਜਿਹੜੀ ਦੱਸੀ ਗਈ ਸਿਫਾਰਿਸ਼ ਕੀਤੀ ਹੋਈ ਦਵਾਈ ਹੈ ਉਹੀ ਵਰਤੀਏ। ਕੋਈ ਵੀ ਦਵਾਈ ਦਾ ਮਿਸ਼ਰਣ ਕਰਕੇ ਡੀਲਰ ਕੋਲੋਂ ਲੈ ਕੇ ਆਪਣੀ ਮਰਜ਼ੀ ਦੇ ਨਾਲ ਰਲਾ ਮਿਲਾ ਕੇ ਨਾ ਬੀਜੀਏ, ਕਿਉਂਕਿ ਇਹ ਚਾਰਾ ਹੈ ਤੇ ਮੁੜ ਕੇ ਪਸ਼ੂ ਨੂੰ ਆਪਾਂ ਚਾਰਨਾ ਆ ਤੇ ਨੁਕਸਾਨ ਨਹੀਂ ਹੋਣਾ ਚਾਹੀਦਾ। ਤੇ ਤੀਸਰਾ ਇਹ ਹੈ ਕਿ ਜਿੱਦਾਂ ਫਾਲ ਆਰਮੀ ਵਰਮ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਸਭ ਤੋਂ ਅਹਿਮ ਇਹੀ ਹੈ ਕਿ ਸਪਰੇ ਟੈਕਨੋਲੋਜੀ ਆਪਾਂ ਕੀ ਵਰਤ ਰਹੇ ਹਾਂ, ਕਿਉਂਕਿ ਜੇ ਅਸੀਂ ਤੇਜ਼ੀ ਨਾਲ ਖੇਤ ਚੋਂ ਲੰਘ ਜਾਾਂਗੇ ਸਪਰੇ ਪੰਪ ਲੈ ਕੇ ਤੇ ਉਹ ਦਵਾਈ ਕਈ ਵਾਰੀ ਕਾਰਗਰ ਨਹੀਂ ਹੁੰਦੀ। ਚਾਹੇ ਦਵਾਈ ਅਸਰਦਾਰ ਪੂਰੀ ਹੈ, ਪੂਰੇ ਤਜਰਬੇ ਕੀਤੇ ਗਏ, 3 ਦਵਾਈਆਂ ਨੇ, ਡੈਲੀਗੇਟ ਹੈ, ਐਮਾਮੈਕਟਿਨ ਬੈਂਜ਼ੋਏਟ ਹੈ ਔਰ ਇੱਕ ਜਿਹੜੀ ਹੈ ਪਹਿਲਾਂ ਦੱਸੀ ਕਲੋਰੈਂਟਰਾਨੀਲੀਪ੍ਰੋਲ ਹੈ। ਸੋ 3 ਦਵਾਈਆਂ ਅਸਰਦਾਰ ਨੇ। ਪਰ ਜੇ ਦਵਾਈ ਦਾ ਜੋ ਸਹੀ ਢੰਗ ਹੈ ਵੀ ਗੋਭ ਦੇ ਵਿੱਚ ਦਵਾਈ, ਕਿਉਂਕਿ ਕੀੜਾ ਉੱਥੇ ਲੁਕਿਆ ਹੁੰਦਾ ਹੈ, ਗੋਭ ਦੇ ਵਿੱਚ ਸਪਰੇ ਕਰਨੀ ਬਹੁਤ ਜ਼ਰੂਰੀ ਹੈ। ਸੋ ਉੱਥੇ ਸਪਰੇ ਪਵੇ, ਉਹਦੇ ਵਾਸਤੇ ਆਪਾਂ ਨੂੰ ਵੱਧ ਪਾਣੀ ਲੱਗਦਾ ਹੈ ਹੋਰ ਕੀੜਿਆਂ ਦੀ ਰੋਕਥਾਮ ਦੇ ਮੁਕਾਬਲੇ। ਸੋ ਚੰਗੀ ਤਰ੍ਹਾਂ ਪਾਣੀ ਲਾਉਂਦੇ ਹੋਏ ਸਪਰੇ ਟੈਕਨੋਲੋਜੀ ਦੇਖੀਏ। ਔਰ ਫਿਰ ਇਹੀ ਹੈ ਵੀ ਜੀ ਜਿਹੜੀ ਬਾਕੀ 2 ਦਵਾਈਆਂ ਦੱਸ ਰਹੀ ਹਾਂ ਮੈਂ, ਐਮਾਮੈਕਟਿਨ ਔਰ ਇੱਕ ਡੈਲੀਗੇਟ, ਇਹ ਹਲੇ ਅਸੀਂ ਚਾਰੇ ਵਾਲੀ ਫਸਲਾਂ ਤੇ ਸਿਫਾਰਿਸ਼ ਨਹੀਂ ਕੀਤੀਆਂ, ਟੈਸਟ ਜ਼ਰੂਰ ਹੋ ਗਈਆਂ ਨੇ, ਪਰ ਇਹਨਾਂ ਦਾ ਜਿਹੜਾ ਵੇਟਿੰਗ ਪੀਰੀਅਡ ਹੁੰਦਾ ਆ, ਮਤਲਬ ਕਿ ਸਪਰੇ ਕਰਨ ਤੋਂ ਬਾਅਦ ਜਿਹੜਾ ਸਮਾਂ ਆ ਉਹ ਹਲੇ ਆਪਣੇ ਕੋਲ ਰਿਜ਼ਲਟ ਆਏ ਨਹੀਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਸ ਹੈ ਵੀ ਉਹ ਦਵਾਈਆਂ ਵੀ ਇੱਧਰ ਅਸੀਂ ਸਿਫਾਰਿਸ਼ ਕਰ ਸਕਾਂਗੇ। ਡਾਕਟਰ ਸਾਹਿਬ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ। ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਇਸ ਜਾਣਕਾਰੀ ਤੇ ਪੂਰੀ ਤਰੀਕੇ ਨਾਲ ਅਮਲ ਕਰਨਗੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਜਾਣਕਾਰੀ ਦੇਣ ਲਈ, ਤੇ ਸਾਡਾ ਇਹ ਪ੍ਰੋਗਰਾਮ ਦੇਖਣ ਲਈ ਵੀ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ।